सत श्री अकाल मेरे प्यारे दोस्तों, की हाल चाल ने जी। सो उम्मीद करदा सारे ठीक ठाक होवोगे। ਤਾਂ ਰਾਜੇ इस क्लास ਦੇ ਵਿੱਚ ਆਪਾਂ पोलीटिकल साइंस का बहुत ही इंपॉर्टेंट टॉपिक संविधान ਦੀਆਂ ਜਿਹੜੀਆਂ ਅਨੁਸੂਚੀਆਂ ਨੇ, ठीक है जी। सो इस वीडियो ਦੇ ਵਿੱਚ ਆਪਾਂ डिटेल चर्चा करने वाले हाँ, क्योंकि ਤੁਸੀਂ ਜਿਹੜੇ पिछले एग्जाम ਦਿੱਤੇ ਨੇ सो पंजाब SSB ਦੇ जिन्हें भी एग्जाम ਦਿੱਤੇ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਤੁਹਾਨੂੰ ਇੱਕ ਦੋ ਕੁਐਸਚਨ ਜੋ ਇਹਨਾਂ ਦੇ ਵਿੱਚੋਂ ਪੁੱਛਿਆ ਗਿਆ ਸੀ, ठीक है जी। ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ, ਸਾਰੇ ਡਾਊਟ ਨਾਲ ਇਸ ਵੀਡੀਓ ਦੇ ਵਿੱਚ ਦੂਰ ਹੋ ਜਾਣਗੇ, ठीक है। तो ਆਪਾਂ बाद ਵਿੱਚ ਕੁਇਜ਼ ਵੀ ਸੋਲਵ ਕਰਾਂਗੇ ਕੁਐਸਚਨ ਦੀ ਕੁਛ, ठीक है जी। तो ਤੁਹਾਨੂੰ ਸਕਰੀਨ ਦੇ ਉੱਪਰ ਕੁਐਸਚਨ ਦਿਖ ਰਿਹਾ ਹੋਣਾ ਜਿਹੜਾ ਕਿ ਲਿਖਿਆ ਗਿਆ ਹੈ ਸੰਵਿਧਾਨ ਦੀ ਜਿਹੜੀ 6ਵੀਂ ਅਨੁਸੂਚੀ ਹੇਠ ਲਿਖਣ ਦੇ ਵਿੱਚੋਂ ਕਿਹੜੇ ਰਾਜਾਂ ਦੇ ਵਿੱਚ ਲਾਗੂ ਨਹੀਂ ਹੁੰਦੀ ਹੈ, ठीक है जी। ਕਿਹੜੇ ਰਾਜਾਂ ਦੇ ਵਿੱਚ ਲਾਗੂ ਨਹੀਂ ਹੁੰਦੀ ਹੈ, ਇਹ ਰਾਜ ਦਿੱਤੇ ਨੇ। ਸ਼ਾਇਦ ਤੁਹਾਨੂੰ ਇਸ ਦਾ ਆਨਸਰ ਹੁਣ ਨਾ ਪਤਾ ਹੋਵੇ, ठीक है जी, ਪਰ ਜਦੋਂ ਆਪਾਂ ਵੀਡੀਓ ਸਾਰੀ ਦੇਖ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਇਸ ਦਾ ਆਰਾਮ ਨਾਲ ਆਨਸਰ ਪਤਾ ਲੱਗ ਜਾਏਗਾ, ठीक है जी। ਤਾਂ ਆਪਾਂ ਚੱਲਦੇ ਹਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਹੁਣ। ਤਾਂ ਦੇਖੋ ਰਾਜੇ, ਆਪਾਂ ਪਹਿਲਾਂ ਅਨੁਸੂਚੀ ਪੜ੍ਹਨ ਤੋਂ ਪਹਿਲਾਂ ਇੱਕ ਜੋ ਬੜਮੁੱਲੀ ਜਿਹੜੀ ਜਾਣਕਾਰੀ ਥੋੜ੍ਹੀ ਜਿਹੀ ਬੇਸਿਕ ਜੀ ਉਹ ਆਪਾਂ ਪੜ੍ਹ ਲੈਂਦੇ, ਦੇਖ ਲਓ ਪਹਿਲਾਂ ਆਪਾਂ, ठीक है जी। ਕੀ ਲਿਖਿਆ ਦੇਖੋ, ਭਾਰਤੀ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਨੇ, ठीक है जी। ਸੰਵਿਧਾਨ ਦੇ ਵਿੱਚ ਮੂਲ ਰੂਪ ਦੇ ਵਿੱਚ 8 ਅਨੁਸੂਚੀਆਂ ਸਨ ਅਤੇ ਬਾਅਦ ਦੇ ਵਿੱਚ ਸੋ ਪਹਿਲੀ 12ਵੀਂ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਐਕਟ ਦੁਆਰਾ ਕ੍ਰਮਵਾਰ 9ਵੀਂ 10ਵੀਂ 11ਵੀਂ ਅਤੇ 12ਵੀਂ ਅਨੁਸੂਚੀ ਜਿਹੜੀ ਇਸ ਵਿੱਚ ਜੋੜੀ ਦਿੱਤੀ ਗਈ ਸੀ। ਦੇਖੋ ਆਪਾਂ ਹੁਣ ਜਿਹੜੀ ਸੰਵਿਧਾਨਕ ਸੋਧਾਂ ਪਿੱਛੇ ਪੜ੍ਹ ਕੇ ਹਟੇ ਹਾਂ ਪਿਛਲੇ ਕਲਾਸ ਦੇ ਵਿੱਚ ਆਪਾਂ ਨੇ, ठीक है जी। ਸੰਵਿਧਾਨਕ ਸੋਧ ਜਿਹੜੇ ਐਕਟ ਪਾਸ ਕੀਤੇ ਗਏ ਸੀ, ठीक है जी, ਜਿਵੇਂ ਕਿ 1951 ਦੇ ਵਿੱਚ ਜਿਹੜੀ ਪਹਿਲੀ ਸੋਧ ਕੀਤੀ ਗਈ ਸੀ ਉਸ ਦੇ ਵਿੱਚ 9ਵੀਂ ਅਨੁਸੂਚੀ ਜੋੜੀ ਗਈ ਸੀ ਪਹਿਲੀ ਦੇ ਵਿੱਚ, ठीक है। ਫਿਰ 10ਵੀਂ 11ਵੀਂ 12ਵੀਂ ਇਸ ਤਰ੍ਹਾਂ ਅਨੁਸੂਚੀ ਜਿਹੜੀ ਜੋੜੀ ਗਈ ਸੀ, ठीक है जी। ਇੱਥੋਂ ਹੀ ਕੁਐਸਚਨ ਬਣ ਜਾਏਗਾ, ਦੇਖੋ ਮੂਲ ਰੂਪ ਦੇ ਵਿੱਚ ਜਿਹੜੀ ਸ਼ੁਰੂ ਦੇ ਵਿੱਚ 8 ਅਨੁਸੂਚੀਆਂ ਸੀ ਲੇਕਿਨ ਹੁਣ 12 ਅਨੁਸੂਚੀਆਂ ਨੇ ਇਸ ਦੇ ਵਿੱਚ, ठीक है। ਅਤੇ ਨੈਕਸਟ ਗੱਲ ਕਰਦੇ ਹਾਂ, ਦੇਖੋ ਇਸ ਦੇ ਸ਼ੁਰੂ ਹੋਣ ਸਮੇਂ 22 ਭਾਗਾਂ 8 ਅਨੁਸੂਚੀਆਂ ਅਤੇ 395 ਅਨੁਛੇਦ ਸੀ ਇਸ ਦੇ ਵਿੱਚ, ठीक है जी। ਪਰ ਜੇਕਰ ਗੱਲ ਕਰੀਏ ਹੁਣ ਭਾਰਤੀ ਸੰਵਿਧਾਨ ਦੇ ਵਿੱਚ 25 ਭਾਗ 12 ਅਨੁਸੂਚੀਆਂ ਅਤੇ 448 ਅਨੁਛੇਦ ਇਸ ਦੇ ਵਿੱਚ ਹੋ ਚੁੱਕੇ ਨੇ ਇਸ ਟਾਈਮ, ठीक है। ਅਤੇ ਸੰਵਿਧਾਨਕ ਜੋ ਸੋਧਾਂ ਹੋ ਚੁੱਕੇ ਨੇ 105, ਜੋ ਕਿ ਆਪਾਂ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਸੀ, ठीक है। ਕੁਐਸਚਨ ਇੱਥੋਂ ਵੀ ਬਣ ਜਾਂਦੇ ਨੇ, ਤਾਂ ਯਾਦ ਰੱਖਿਓ ਕਿ ਜਾਣਕਾਰੀ, ठीक है। ਪਹਿਲੀ ਅਨੁਸੂਚੀ ਆਪਣੇ ਕੋਲ ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਦੇ ਵਿੱਚ ਦਿੱਤੀ ਹੈ ਇਹ, ठीक है। ਯਾਦ ਕਰਨਾ ਕਰ ਲਿਓ, ਬਟ ਆਪਾਂ ਅਨੁਸੂਚੀਆਂ ਬਾਰੇ ਜ਼ਿਆਦਾ ਜਾਣਕਾਰੀ ਦੇਖਾਂਗੇ ਇਸ ਦੇ ਵਿੱਚ, ठीक है। ਜਿਹੜੀ ਰਾਜੇ ਫਸਟ ਸੂਚੀ ਹੈ ਇਸ ਦੇ ਵਿੱਚ ਕੀ ਲਿਖਿਆ ਗਿਆ, ਦੇਖੋ ਰਾਜਾਂ ਦੇ ਨਾਮ ਅਤੇ ਉਹਨਾਂ ਦੇ ਖੇਤਰੀ ਅਧਿਕਾਰ ਜੋ ਉਹਦੀ ਖੇਤਰੀ ਸੀਮਾ ਹੈ ਉਹ ਸੂਚੀਬੱਧ ਕਰਦਾ ਇਸ ਦੇ ਵਿੱਚ। ਰਾਜ ਤਾਂ ਆਉਂਦੇ ਨਾਲ ਇਸ ਦੇ ਵਿੱਚ ਕੀ ਆਉਂਦਾ ਰਾਜੇ, ਕੇਂਦਰ ਸ਼ਾਸਿਤ ਪ੍ਰਦੇਸ਼, ਠੀਕ ਹੈ ਜੀ। ਰਾਜਾਂ ਦੇ ਨਾਮ ਅਤੇ ਉਹਨਾਂ ਦੀ ਜੋ ਖੇਤਰੀ ਅਧਿਕਾਰ ਸੀਮਾ ਜਿਹੜੀ ਅਤੇ ਨਾਲ ਹੀ ਜੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸੋ ਉਹਨਾਂ ਦੀ ਖੇਤਰੀ ਸੀਮਾ ਨੂੰ ਇਹ ਨਿਰਧਾਰਿਤ ਕਰਦਾ, ਯਾਨੀ ਕਿ ਸੂਚੀਬੱਧ ਕਰਦਾ ਇਸ ਦੀ ਸੂਚੀ ਦੇ ਵਿੱਚ, ਠੀਕ ਹੈ ਜੀ। ਪਹਿਲੀ ਸੂਚੀ ਦੇ ਵਿੱਚ ਯਾਦ ਰੱਖਣਾ ਤੁਹਾਨੂੰ, ਠੀਕ ਹੈ ਜੀ, ਰਾਜਾਂ ਦੇ ਨਾਮ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਮ, ਠੀਕ ਹੈ, ਅਤੇ ਉਹਨਾਂ ਦੇ ਜਿਹੜੇ ਖੇਤਰ ਹੈ ਅਧਿਕਾਰ ਖੇਤਰ ਨੂੰ ਸੂਚੀਬੱਧ ਕਰਦਾ ਹੈ ਪਹਿਲੀ ਅਨੁਸੂਚੀ ਦੇ ਵਿੱਚ, ਠੀਕ ਹੈ ਜੀ। ਯਾਦ ਰੱਖੀਏਗਾ, ਬਿਲਕੁਲ ਆਸਾਨ ਹੈ, ਰਾਜਾਂ ਦੇ ਨਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ, ਠੀਕ ਹੈ, ਉਹਨਾਂ ਦੇ ਨਾਮ ਅਤੇ ਨਾਲ ਜਿਹਨਾਂ ਦੇ ਅਧਿਕਾਰ ਖੇਤਰ ਹੈ ਉਸ ਨੂੰ ਸੂਚੀਬੱਧ ਕਰਦਾ ਹੈ, ਠੀਕ ਹੈ ਜੀ। ਨਾਲੇ ਮੈਂ ਇੰਗਲਿਸ਼ ਦੇ ਵਿੱਚ ਵੀ ਇਹ ਲਿਖਿਆ, ਦੇਖੋ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹ ਲਿਓ, ਜਿਸ ਨੂੰ ਪੰਜਾਬੀ ਦੇ ਵਿੱਚ ਕੋਈ ਪ੍ਰੋਬਲਮ ਆਈ ਰਾਜੇ, ਠੀਕ ਹੈ, ਤੁਹਾਨੂੰ PDF ਵੀ ਇਸ ਤਰ੍ਹਾਂ ਹੀ ਮਿਲੇਗੀ। ਅਤੇ ਨੈਕਸਟ ਰਾਜੀ ਗੱਲ ਕਰਦੇ ਆਪਾਂ ਦੂਜੀ ਅਨੁਸੂਚੀ ਦੀ, ਠੀਕ ਹੈ ਜੀ। ਫਸਟ ਸੂਚੀ ਤੁਹਾਨੂੰ ਪਤਾ ਲੱਗ ਗਿਆ ਹੋਣਾ, ਤਾਂ ਆਪਾਂ ਗੱਲ ਕਰੀਏ ਸੈਕਿੰਡ ਸੂਚੀ ਦੀ। ਦੇਖੋ ਸੈਕਿੰਡ ਸੂਚੀ ਦੇ ਵਿੱਚ ਕੀ ਹੈ ਰਾਜੇ, ਜਿਉਂ ਹੀ ਦੇਖੋ ਆਪਣੇ ਰਾਜਾਂ ਦੇ ਨਾਮ ਆ ਗਏ ਪਹਿਲੀ ਸੂਚੀ ਦੇ ਵਿੱਚ, ਠੀਕ ਹੈ, ਅਤੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਆ ਗਏ। ਉਸ ਤੋਂ ਬਾਅਦ ਕੀ ਹੋਏਗਾ, ਦੂਜੀ ਅਨੁਸੂਚੀ ਦੇ ਵਿੱਚ ਜਿਹੜੇ ਵੀ ਕੋਈ ਮਤਲਬ ਕਿ ਲੀਡਰ ਵਗੈਰਾ ਹੁੰਦੇ ਨੇ, ਚੁਣੇ ਜਾਂਦੇ ਨੇ ਜਿਹੜੇ ਨੇਤਾ, ਠੀਕ ਹੈ, ਉਹਨਾਂ ਦੀ ਤਨਖਾਹ ਲਾ ਲਓ, ਭੱਤੇ ਲਾ ਲਓ, ਜਿੰਨੇ ਵੀ, ਠੀਕ ਹੈ, ਵਿਸ਼ੇਸ਼ ਅਧਿਕਾਰ ਜਿਹੜੀ ਕਿ ਇਹ ਸੈਕਿੰਡ ਸੂਚੀ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਦੂਜੀ ਅਨੁਸੂਚੀ ਦੇ ਵਿੱਚ, ਠੀਕ ਹੈ ਜੀ। ਤੁਹਾਨੂੰ ਬਿਲਕੁਲ ਬੇਸਿਕ ਨਾਲ ਸਮਝਾਵਾਂਗੇ ਆਪਾਂ, ਜਿਹੜੀ ਕਿ ਪੇਪਰ ਨੂੰ ਕੁਐਸਚਨ ਪੁੱਟ ਹੋ ਸਕਦੇ ਨੇ ਉਸ ਤਰ੍ਹਾਂ ਸਮਝਾਵਾਂਗੇ ਤੁਹਾਨੂੰ। ਪਹਿਲੀ ਅਨੁਸੂਚੀ ਦੇ ਵਿੱਚ ਸੀ ਰਾਜੇ ਰਾਜਾਂ ਦੇ ਨਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ। ਦੂਜੀ ਅਨੁਸੂਚੀ ਦੇ ਵਿੱਚ ਸੋ ਕੋਈ ਲੀਡਰ ਚੁਣਿਆ ਗਿਆ, ਠੀਕ ਹੈ, ਕੋਈ ਕਿਸੇ ਤਰ੍ਹਾਂ ਦਾ, ਜਿਵੇਂ ਕਿ ਦੱਸਿਆ ਗਿਆ ਇਹਨਾਂ ਨੇ, ਜਿਵੇਂ ਕਿ ਭਾਰਤ ਰਾਸ਼ਟਰਪਤੀ ਹੋਵੇ, ਭਾਰਤੀ ਰਾਜਾਂ ਦੇ ਰਾਜਪਾਲ ਹੋਣ, ਲੋਕ ਸਭਾ ਸਪੀਕਰ, ਡਿਪਟੀ ਸਪੀਕਰ, ਰਾਜ ਸਭਾ ਦੇ ਚੇਅਰਮੈਨ, ਉਪ ਚੇਅਰਮੈਨ ਹੋਣ, ਰਾਜ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਹੋਵੇ, ਰਾਜ ਵਿਧਾਨ ਸਭਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ, ਸੁਪਰੀਮ ਕੋਰਟ ਦੇ ਜੱਜ, ਠੀਕ ਹੈ ਜੀ, ਹਾਈ ਕੋਰਟ ਦੇ ਜੱਜ ਹੋਣ, ਜਾਂ ਫਿਰ ਹੋਣ ਰਾਜੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ। ਸੋ ਇਹਨਾਂ ਦੇ ਵਿੱਚ ਕੋਈ ਵੀ ਹੋਵੇ ਰਾਜੇ, ਸੋ ਉਹਨਾਂ ਨੂੰ ਤਨਖਾਹਾਂ ਅਤੇ ਭੱਤੇ ਦੇਣ ਦਾ ਪ੍ਰਬੰਧ ਜੋ ਦੂਜੀ ਅਨੁਸੂਚੀ ਦੇ ਵਿੱਚ ਕੀਤਾ ਗਿਆ। ਇਹ ਤੁਸੀਂ ਦੇਖਿਆ ਹੋਣਾ, ਜਿਹੜਾ ਕਿ ਇਹ ਪੇਪਰ ਹੋਇਆ ਸੀ ਰਾਜੇ ਹੈੱਡ ਕਾਂਸਟੇਬਲ ਦਾ, ਠੀਕ ਹੈ ਜੀ। ਉਹ ਪੇਪਰ ਕੱਢ ਕੇ ਦੇਖਿਓ ਤੁਸੀਂ, ਹੈੱਡ ਕਾਂਸਟੇਬਲ ਦਾ ਪਤਾ ਕਿਹੜੀ ਸ਼ਿਫਟ ਦੀ, ਉਹਦੇ ਵਿੱਚ ਹੀ ਪੁੱਛਿਆ ਗਿਆ ਸੀ। ਤਨਖਾਹਾਂ ਅਤੇ ਭੱਤੇ ਵਾਲਾ ਜੋ ਪ੍ਰਬੰਧ ਕੀਤਾ ਗਿਆ ਰਾਜੇ ਉਹ ਦੂਜੀ ਅਨੁਸੂਚੀ ਦੇ ਵਿੱਚ ਕੀਤਾ ਗਿਆ, ਠੀਕ ਹੈ ਜੀ। ਸੋ ਇਹਨਾਂ ਦੇ ਮੁਤਾਬਿਕ ਹੀ ਜੋ ਤਨਖਾਹ ਦੀ ਜੋ ਵਿਵਸਥਾ ਹੈ ਉਹ ਕੀਤੀ ਗਈ ਦੂਜੀ ਅਨੁਸੂਚੀ ਦੇ ਵਿੱਚ, ਠੀਕ ਹੈ ਜੀ। ਨੈਕਸਟ ਰਾਜੇ ਗੱਲ ਕਰਦੇ ਹਾਂ ਆਪਾਂ ਤੀਜੀ ਅਨੁਸੂਚੀ ਦੀ। ਤੀਜੀ ਅਨੁਸੂਚੀ ਦੇ ਵਿੱਚ ਕੀ ਦੱਸਿਆ ਗਿਆ, ਦੇਖੋ ਤੀਜੀ ਅਨੁਸੂਚੀ ਦੇ ਵਿੱਚ ਇਸ ਵਿੱਚ ਸਹੁੰ ਜਾਂ ਪੁਸ਼ਟੀ ਦੇ ਰੂਪ ਵਿੱਚ ਸ਼ਾਮਲ ਹੁੰਦੇ ਨੇ, ਠੀਕ ਹੈ ਜੀ। ਜਾਣੀ ਕਿ ਦੂਜੀ ਦੇ ਵਿੱਚ ਤਨਖਾਹ ਭੱਤੇ ਸਾਰਾ ਕੁਛ ਦਿੱਤਾ ਜਾਂਦਾ ਹੈ ਜਿਹੜੇ ਵੀ ਜੋ ਲੀਡਰ ਵਗੈਰਾ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਨੂੰ।
ਜਿਹੜੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਿਹਨੇ ਦਿਖਾਏ ਨੇ ਆਪਾਂ ਸਪੀਕਰ ਡਿਪਟੀ ਸਪੀਕਰ ਸਾਰਿਆਂ ਨੂੰ ਉਹਨਾਂ ਦੇ ਵਿੱਚ ਤਨਖਾਹ ਜਾਂ ਭੱਤੇ। ਲੇਕਿਨ ਤੀਜੀ ਦੇ ਵਿੱਚ ਕੀ ਆ ਗਿਆ ਰਾਜੇ, ਜਦੋਂ ਸਹੁੰ ਚੁੱਕਦੇ ਆਪਾਂ, ਠੀਕ ਹੈ, ਕੋਈ ਵੀ ਲੀਡਰ ਵਗੈਰਾ ਜਾਂ ਨੇਤਾ ਜੋ ਸਹੁੰ ਚੁੱਕਦੇ ਨੇ ਉਹ ਤੀਜੀ ਅਨੁਸੂਚੀ ਦੇ ਵਿੱਚ ਲਿਖਿਆ ਗਿਆ ਇਸ ਨੂੰ, ਠੀਕ ਹੈ ਜੀ। ਤਾਂ ਯਾਦ ਰੱਖਿਓ ਸਹੁੰ ਦੀ ਪੁਸ਼ਟੀ ਕਰਦਾ ਇਸ ਦੇ ਵਿੱਚ ਤੀਜੀ ਅਨੁਸੂਚੀ ਦੇ ਵਿੱਚ, ਜਿਵੇਂ ਕਿ ਕੇਂਦਰੀ ਮੰਤਰੀ ਕੋਈ ਸਹੁੰ ਚੁੱਕਦਾ, ਸੰਸਦੀ ਚੋਣਾਂ ਦੇ ਉਮੀਦਵਾਰ ਹੋ ਗਏ, ਸੰਸਦ ਦੇ ਮੈਂਬਰ ਹੁੰਦੇ ਨੇ, ਸੁਪਰੀਮ ਕੋਰਟ ਦਾ ਜੱਜ ਹੋਵੇ, ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ ਹੋਣ, ਰਾਜ ਦਾ ਮੰਤਰੀ ਹੁੰਦਾ ਕੋਈ ਵੀ, ਠੀਕ ਹੈ, ਰਾਜ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਹੁੰਦੇ ਨੇ ਜਿਹੜੇ ਆਪਾਂ ਦੇਖੇ ਨੇ, ਜਿਹੜੇ ਹੁਣ ਆਪਣੇ ਜਿੰਨੇ ਵੀ ਚੋਣਾਂ ਹੋਈਆਂ ਸੀ ਰਾਜੇ ਵਿਧਾਨ ਸਭਾ ਦੀਆਂ, ਸੋ ਉਹਨੂੰ ਦੇਖੇ ਸਹੁੰ ਚੁੱਕ ਸਮਾਗਮ ਹੁੰਦਾ ਜਿਹੜਾ ਜਿਹੜੇ ਉਹ ਤੀਜੀ ਅਨੁਸੂਚੀ ਦੇ ਅੰਡਰ ਹੁੰਦਾ ਹੈ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਯਾਦ ਰਹਿ ਹੋ ਜਾਏਗਾ ਹੁਣ ਤਾਂ, ਠੀਕ ਹੈ ਜੀ। ਦੂਜੀ ਦੇ ਵਿੱਚ ਤਨਖਾਹ ਵਗੈਰਾ ਭੱਤੇ ਵਗੈਰਾ ਦਿੱਤੇ ਹੁੰਦੇ ਨੇ ਅਤੇ ਤੀਜੀ ਦੇ ਵਿੱਚ ਆ ਕੇ ਇਹ ਸਹੁੰ ਚੁੱਕਦੇ ਨੇ। ਇਹ ਸਾਰੇ ਜਿਨ੍ਹਾਂ ਦੇ ਕਿ ਰਾਜ ਵਿਧਾਨ ਸਭਾ ਦੇ ਮੈਂਬਰ ਆ ਜਾਣ ਜਾਂ ਫਿਰ ਹਾਈ ਕੋਰਟ ਦੇ ਜੱਜ ਜਾਣ, ਸਾਰੇ ਰਾਜੇ ਇਹਨਾਂ ਦੇ ਵਿੱਚ ਹੀ ਆਉਂਦੇ ਨੇ, ਠੀਕ ਹੈ, ਜਦੋਂ ਸਹੁੰ ਚੁੱਕਦੇ ਨੇ ਇਹ। ਅਤੇ 3 ਹੋ ਗਏ ਰਾਜੇ ਚੌਥੀ ਅਨੁਸੂਚੀ ਦੀ ਗੱਲ ਕਰਦੇ ਆਪਾਂ। ਦੇਖੋ ਜਿਹੜੀ ਕਿ ਪੇਪਰ ਦੇ ਵਿੱਚ ਪੁੱਛੀ ਗਈ, ਆਪਾਂ ਕੁਐਸਚਨ ਵੀ ਕਰਾਂਗੇ ਇਸ ਦੇ ਨਾਲ ਰਿਲੇਟਡ। ਦੇਖੋ ਚੌਥੀ ਅਨੁਸੂਚੀ, ਠੀਕ ਹੈ ਜੀ, ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਨਾਲ ਸੰਬੰਧਿਤ ਵਿਵਸਥਾਵਾਂ ਨਾਲ ਨਜਿੱਠਦਾ ਹੈ, ਠੀਕ ਹੈ ਜੀ। ਚੌਥੀ ਅਨੁਸੂਚੀ ਕਿਸ ਦੇ ਵਿੱਚ ਹੈ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਦੇ ਨਾਲ ਸੰਬੰਧਿਤ ਵਿਵਸਥਾ ਨਾਲ ਨਜਿੱਠਦਾ ਹੈ, ਠੀਕ ਹੈ ਰਾਜੀ। ਇਹ ਕੁਐਸਚਨ ਤੁਹਾਨੂੰ ਦੇਖਿਆ ਹੋਣਾ, ਮੈਂ ਤੁਹਾਨੂੰ ਦਿਖਾਉਣਾ ਹੁਣ। ਦੇਖੋ ਕਿਵੇਂ ਪੁੱਛਿਆ ਗਿਆ ਸੀ ਕੁਐਸਚਨ। ਸੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਨਾਲ ਸੰਬੰਧਿਤ ਹੈ, ਬਸ ਇੰਨਾ ਕੁ ਯਾਦ ਰੱਖਿਓ, ਠੀਕ ਹੈ ਜੀ। ਤਾਂ ਦੇਖੋ ਰਾਜ ਜਿਹੜੇ ਆਪਾਂ ਪੇਪਰ ਦਿੱਤੇ ਸੀ ਪਿਛਲੇ ਪੁਲਿਸ ਦੇ, ਠੀਕ ਹੈ, ਜਾਂ PSSB ਦੇ ਬੋਰਡ ਜਿਹਨੇ ਪੇਪਰ ਹੋਏ ਸੀ ਉਹਨਾਂ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਆਇਆ ਸੀ। ਦੇਖੋ ਹੇਠ ਦਿੱਤਿਆਂ ਵਿੱਚੋਂ ਕਿਸ ਅਨੁਸੂਚੀ ਦੇ ਵਿੱਚ ਰਾਜ ਸਭਾ ਦੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਸੀਟਾਂ ਦੀ ਵੰਡ ਹੈ ਜੋ ਉਸ ਨਾਲ ਸੰਬੰਧਿਤ ਵਿਵਸਥਾ ਸ਼ਾਮਲ ਕੀਤੀ ਗਈ ਹੈ। ਤਾਂ ਦੇਖੋ ਹੁਣੇ ਆਪਾਂ ਪੜ੍ਹੇ ਹਾਂ ਚੌਥੀ ਦੇ ਵਿੱਚ, ਠੀਕ ਹੈ ਜੀ। ਇਸ ਤਰ੍ਹਾਂ ਕੁਐਸਚਨ ਸਿੱਧਾ ਹੀ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਜਿੰਨੀ ਕਿ ਆਪਾਂ ਜਾਣਕਾਰੀ ਦੇ ਰਹੇ ਹਾਂ, ਠੀਕ ਹੈ ਜੀ। ਯਾਦ ਰੱਖਿਓ ਹੁਣ ਚੌਥੀ ਦੇ ਵਿੱਚ ਕੀ ਹੈ ਰਾਜੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਨਾਲ ਸੰਬੰਧਿਤ ਹੈ, ਠੀਕ ਹੈ, ਚੌਥੀ ਅਨੁਸੂਚੀ। ਤਾਂ ਨੈਕਸਟ ਦੇਖਦੇ ਹਾਂ, ਠੀਕ ਹੈ ਰਾਜੇ। ਯਾਦ ਰਹਿ ਜਾਏਗੀ ਹੁਣ ਚੌਥੀ ਅਨੁਸੂਚੀ ਆਪਣੀ ਹੋ ਚੁੱਕੀ ਹੈ। ਅਤੇ ਨੈਕਸਟ ਦੀ ਗੱਲ ਕਰਦੇ ਹਾਂ ਹੁਣ ਪੰਜਵੀਂ ਅਨੁਸੂਚੀ ਦੀ ਆਪਾਂ। ਤਾਂ ਆਪਣੇ ਕੋਲ ਪੰਜਵੀਂ ਅਨੁਸੂਚੀ ਆ ਗਈ ਰਾਜੇ। ਦੇਖੋ ਪੰਜਵੀਂ ਅਨੁਸੂਚੀ ਦੇ ਵਿੱਚ ਕੀ ਲਿਖਿਆ ਹੈ, ਜੋ ਕਿ ਆਰਟੀਕਲ 244 ਦੇ ਵਿੱਚ ਲਿਖਿਆ ਹੈ। ਇਸ ਦੇ ਵਿੱਚ ਭਾਰਤ ਦੇ ਵਿੱਚ ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਪ੍ਰਸ਼ਾਸਨ ਅਤੇ ਨਿਯੰਤਰਣ ਨਾਲ ਸੰਬੰਧਿਤ ਵਿਵਸਥਾ ਇਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ, ਠੀਕ ਹੈ ਜੀ। ਜਿੰਨੇ ਵੀ ਅਨੁਸੂਚਿਤ ਖੇਤਰ ਆ ਗਏ, ਠੀਕ ਹੈ, ਅਨੁਸੂਚਿਤ ਕਬੀਲਿਆਂ ਦੇ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਜਿੰਨੇ ਵੀ ਨਿਯੰਤਰਣ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਪੰਜਵੀਂ ਸੂਚੀ ਦੇ ਵਿੱਚ ਕੀਤੀ ਗਈ ਹੈ। ਹਾਲੇ ਤੱਕ ਕੋਈ ਕੁਐਸਚਨ ਇਸ ਦੇ ਵਿੱਚੋਂ ਨਹੀਂ ਪੁੱਛਿਆ ਗਿਆ, ਬਟ ਯਾਦ ਰੱਖਿਓ ਥੋੜ੍ਹੀ ਜਾਣਕਾਰੀ ਤੌਰ 'ਤੇ, ਠੀਕ ਹੈ, ਇਸ ਦੇ ਵਿੱਚੋਂ। ਨੈਕਸਟ ਗੱਲ ਕਰਦੇ ਹਾਂ ਆਪਾਂ ਛੇਵੀਂ ਅਨੁਸੂਚੀ ਦੇ ਵਿੱਚ, ਠੀਕ ਹੈ ਜੀ। ਦੇਖੋ ਛੇਵੀਂ ਅਨੁਸੂਚੀ ਦੇ ਵਿੱਚ ਕੀ ਹੈ ਰਾਜੇ, ਇਹ ਅਨੁਸੂਚੀ ਦੇ ਰਾਜਾਂ ਦੇ ਵਿੱਚ ਕਬੀਲੀ ਖੇਤਰਾਂ ਅਤੇ ਪ੍ਰਸ਼ਾਸਨ ਨਾਲ ਸੰਬੰਧਿਤ ਵਿਵਸਥਾ ਨਾਲ ਸੰਬੰਧਿਤ ਹੈ, ਯਾਨੀ ਕਿ ਕਿਹੜੇ ਰਾਜੇ ਰਾਜ ਆ ਗਏ ਇਸ ਦੇ ਵਿੱਚ। ਦੇਖੋ ਜਿਹੜੀ ਕਿ ਵਿਵਸਥਾ ਕਰਦਾ ਹੈ ਰਾਜਾਂ ਦੀ, ਠੀਕ ਹੈ ਜੀ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਠੀਕ ਹੈ ਜੀ। ਇਹ ਰਾਜਾਂ ਦੀ ਜੋ ਵਿਵਸਥਾ ਹੈ ਰਾਜੇ, ਸੋ ਕਬਾਇਲੀ ਖੇਤਰਾਂ ਦੇ ਵਿੱਚ ਇਹ ਕਰਦਾ ਵਿਵਸਥਾ, ਠੀਕ ਹੈ। ਸੋ ਉਹਨਾਂ ਦੇ ਪ੍ਰਸ਼ਾਸਨ ਦੇ ਤੌਰ 'ਤੇ ਨਾਲ ਸੰਬੰਧਿਤ ਹੈ ਇਹ, ਠੀਕ ਹੈ ਜੀ। ਯਾਦ ਰੱਖਿਓ ਇਹ ਰਾਜ, ਦੇਖਿਓ ਇਹਨਾਂ ਦੇ ਵਿੱਚ ਕੁਐਸਚਨ ਰਾਜੇ ਘੁਮਾ ਫਿਰਾ ਕੇ ਆਊਗਾ, ਤਾਂ ਇਹਨਾਂ ਨੂੰ ਜ਼ਰੂਰ ਯਾਦ ਰੱਖਿਓ। ਦੇਖੋ ਅਸਾਮ ਤੁਸੀਂ ਯਾਦ ਰੱਖਣਾ ਹੈ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਠੀਕ ਹੈ। ਕਈ ਵਾਰ ਆਪਸ਼ਨ ਦੇ ਵਿੱਚ ਇਸ ਤਰ੍ਹਾਂ ਹੋਵੇਗਾ ਵੀ 3 ਤੁਹਾਨੂੰ ਪੁੱਛ ਲਏ ਜਾਣ ਅਤੇ ਇਹਨਾਂ ਵਿੱਚ ਚੌਥਾ ਵੀ ਇਹਨਾਂ ਵਿੱਚ ਕਿਹੜਾ ਸ਼ਾਮਲ ਨਹੀਂ ਹੈ। ਇਸ ਤਰ੍ਹਾਂ ਕੁਐਸਚਨ ਜੋ ਪੰਜਾਬ ਦੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਜ਼ਿਆਦਾਤਰ, ਤਾਂ ਯਾਦ ਰੱਖਣਾ ਇਸ ਨੂੰ। ਅਤੇ ਛੇਵੀਂ ਸੂਚੀ ਰਾਜੇ ਆਪਣੀ ਹੋ ਚੁੱਕੀ ਹੈ, ਤਾਂ ਪੱਕਾ ਯਾਦ ਰੱਖਿਓ ਰਾਜੇ, ਇਹ ਬਹੁਤ ਹੀ ਇੰਪੋਰਟੈਂਟ ਹੈ, ਇਸ ਦੇ ਵਿੱਚ ਕੁਐਸਚਨ ਬਹੁਤ ਜ਼ਰੂਰ ਬਣਦਾ ਹੈ, ਠੀਕ ਹੈ ਜੀ, ਆਹ ਰਾਜਾਂ ਦੇ ਵਿੱਚ ਲੈ ਕੇ। ਨੈਕਸਟ ਦੇਖਦੇ ਹਾਂ ਆਪਾਂ ਕੁਐਸਚਨ। ਦੇਖੋ 7ਵੀਂ ਅਨੁਸੂਚੀ ਹੈ ਜੋ ਆਪਣੇ ਕੋਲ, 7ਵੀਂ ਅਨੁਸੂਚੀ ਵੀ ਬਹੁਤ ਇੰਪੋਰਟੈਂਟ ਰਾਜੇ। ਕਿਉਂਕਿ ਇਸ ਦੇ ਵਿੱਚ ਦੇਖੋ 3 ਸੂਚੀਆਂ ਇਸ ਦੇ ਵਿੱਚ ਦਿੱਤੀਆਂ ਗਈਆਂ ਨੇ। 3 ਸੂਚੀਆਂ ਕਿਹੜੀ ਰਾਜੇ, ਜਿਹੜੀ ਕਿ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਨੂੰ ਵੰਡਦੀਆਂ ਨੇ। ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਨੂੰ ਕਿਹੜੀ ਸੂਚੀਆਂ ਵੰਡਦੀਆਂ ਨੇ ਰਾਜੇ, 3 ਸੂਚੀਆਂ ਨੇ। ਦੇਖੋ ਇੱਕ ਤਾਂ ਹੈ ਯੂਨੀਅਨ ਸੂਚੀ ਰਾਜੇ, ਦੂਜੀ ਹੈ ਰਾਜ ਸੂਚੀ ਅਤੇ ਤੀਸਰੀ ਹੈ ਸਮਵਰਤੀ ਸੂਚੀ, ਠੀਕ ਹੈ ਜੀ। ਤਾਂ ਇਹਨਾਂ ਨੂੰ ਵੀ ਯਾਦ ਰੱਖੋ, ਇਹ ਵੀ ਬਹੁਤ ਹੀ ਇੰਪੋਰਟੈਂਟ ਨੇ। 7ਵੀਂ ਅਨੁਸੂਚੀ ਦੇ ਵਿੱਚ ਰਾਜੇ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਨੇ ਜੋ ਸ਼ਕਤੀ ਨੂੰ ਵੰਡ ਕੀਤੀ ਗਈ ਹੈ 3 ਸੂਚੀਆਂ ਦੇ ਮੁਤਾਬਿਕ ਲੈ ਕੇ, ਯੂਨੀਅਨ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ, ਠੀਕ ਹੈ ਜੀ। ਸੋ ਇਹਨਾਂ ਕੁ ਯਾਦ ਰੱਖਿਓ। ਸੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਨੂੰ ਲੈ ਕੇ ਇੰਨਾ ਕੁ ਇੰਪੋਰਟੈਂਟ ਹੈ, ਠੀਕ ਹੈ ਜੀ। ਅਤੇ ਨੈਕਸਟ ਅੱਜ ਗੱਲ ਕਰਦੇ ਆਪਾਂ 8ਵੀਂ ਅਨੁਸੂਚੀ। ਦੇਖੋ ਇੱਥੋਂ ਵੀ ਬਹੁਤ ਸਾਰੇ ਕੁਐਸਚਨ ਬਣਦੇ ਨੇ। 8ਵੀਂ ਅਨੁਸੂਚੀ ਦੇ ਵਿੱਚ ਬਹੁਤ ਜਾਣਕਾਰੀ ਲਿਖੀ ਆਪਾਂ ਨੇ, ਦੇਖਿਓ। ਸੋ ਸਾਰੀ ਜਾਣਕਾਰੀ ਹੀ ਇੰਪੋਰਟੈਂਟ ਹੈ ਇਸ ਦੇ ਵਿੱਚੋਂ। ਤਾਂ ਦੇਖੋ ਲਿਖਿਆ ਕੀ ਹੈ, ਇਸ ਦੇ ਵਿੱਚ 22 ਭਾਰਤੀ ਭਾਸ਼ਾਵਾਂ ਨੂੰ ਸੂਚੀ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਨੇ, ਠੀਕ ਹੈ ਜੀ। ਤਾਂ ਹੁਣ ਇਸ ਦੇ ਵਿੱਚ ਕੁਐਸਚਨ ਕਿਵੇਂ ਬਣੇਗਾ ਰਾਜੇ, ਦੇਖੋ ਆਪਾਂ ਭਾਸ਼ਾਵਾਂ ਇੱਕ ਵਾਰੀ ਅੱਖਾਂ ਥਾਣੀ ਦੀ ਕੱਢ ਲਓ ਵੀ ਕਿਹੜੀ 22 ਭਾਸ਼ਾਵਾਂ ਇਸ ਦੇ ਵਿੱਚ ਨੇ, ਕਿਉਂਕਿ ਇਸ ਦੇ ਵਿੱਚ ਵੀ ਐਂ ਬਣ ਜੇ ਵੀ ਇਹਨਾਂ ਵਿੱਚ ਕਿਹੜੀ ਭਾਸ਼ਾ ਜਿਹੜੀ ਸ਼ਾਮਲ ਨਹੀਂ ਹੈ, ਠੀਕ ਹੈ ਜੀ। ਹੁਣ ਇਸ ਦੇ ਵਿੱਚ ਕੁਐਸਚਨ ਦੇਖੋ ਕਿਵੇਂ ਬਣੇਗਾ। ਦੇਖੋ ਅਸਾਮੀ, ਠੀਕ ਹੈ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਿਲੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਾਮਿਲ, ਤੇਲਗੂ ਅਤੇ
ਉਰਦੂ। ਹੁਣ ਦੇਖੋ ਆਪਾਂ ਸਾਰੀ ਭਾਸ਼ਾਵਾਂ ਦੇਖ ਲਈਆਂ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਐਗਜ਼ਾਮ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਬਣਦਾ ਹੈ ਵੀ ਇਹਨਾਂ ਵਿੱਚ ਕਿਹੜੀ ਭਾਸ਼ਾ ਜਿਹੜੀ ਉਹ ਸ਼ਾਮਲ ਨਹੀਂ ਹੈ, ਠੀਕ ਹੈ ਜੀ। ਸੋ 3 ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਅਤੇ ਨਾਲ ਇਸ ਦੇ ਵਿੱਚ ਚੌਥੀ ਕਿਹੜੀ ਆਏਗੀ ਰਾਜੇ, ਦੇਖੋ ਉਹ ਤੁਸੀਂ ਯਾਦ ਰੱਖਿਓ ਇੰਗਲਿਸ਼, ਠੀਕ ਹੈ ਜੀ। ਇਹ ਯਾਦ ਰੱਖਿਓ ਇੰਗਲਿਸ਼। ਸੋ ਇਸ ਦੇ ਵਿੱਚ ਸ਼ਾਮਲ ਨਹੀਂ ਹੈ ਰਾਜੇ, ਇਹ ਪੁੱਛਿਆ ਜੋ ਆਪਣੇ ਆਪਸ਼ਨ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ। ਤਾਂ ਇੰਗਲਿਸ਼ ਉਹ ਨਹੀਂ ਹੁੰਦੀ ਰਾਜੇ, ਇਸ ਦੇ ਵਿੱਚ ਇੰਗਲਿਸ਼ ਦੇਖੋ ਕਿਤੇ ਵੀ ਨਹੀਂ ਲਿਖੀ ਹੋਈ, ਠੀਕ ਹੈ ਜੀ। ਬਾਕੀ ਪੰਜਾਬੀ ਵੀ ਹੈ, ਸੰਸਕ੍ਰਿਤ ਹੈ, ਠੀਕ ਹੈ। ਜਿਹੜੀਆਂ ਭਾਸ਼ਾਵਾਂ ਨੇ ਬਾਅਦ ਵਿੱਚ ਸ਼ਾਮਲ ਕੀਤੀਆਂ ਗਈਆਂ ਸਿੰਧੀ, ਤਾਮਿਲ, ਸੋ ਇਸ ਤਰ੍ਹਾਂ ਦੀਆਂ, ਠੀਕ ਹੈ। ਬੋਡੋ, ਡੋਗਰੀ, ਤਾਂ ਇਸ ਨੂੰ ਯਾਦ ਰੱਖਿਓ ਜੋ ਇੰਗਲਿਸ਼ ਹੈ ਇਸ ਦੇ ਵਿੱਚ ਸ਼ਾਮਲ ਨਹੀਂ ਹੈ। ਬਾਕੀ ਇਹ 22 ਭਾਸ਼ਾਵਾਂ ਇੱਕ ਵਾਰੀ ਅੱਖਾਂ ਥਾਣੀ ਤੁਸੀਂ ਦੇਖ ਲਿਓ, ਠੀਕ ਹੈ। ਅਤੇ ਨੈਕਸਟ ਦੇਖੋ ਰਾਜੇ ਇਸ ਦੇ ਵਿੱਚ ਜੋ ਕਿ ਹੋਰ ਜਾਣਕਾਰੀ ਲਿਖੀ ਹੈ ਬਹੁਤ ਹੀ ਇੰਪੋਰਟੈਂਟ ਹੈ। ਭਾਰਤੀ ਸੰਵਿਧਾਨ ਦੀ 8ਵੀਂ ਸੂਚੀ ਦੇ ਵਿੱਚ 22 ਭਾਸ਼ਾਵਾਂ ਸ਼ਾਮਲ ਨੇ। ਮੂਲ ਰੂਪ ਦੇ ਵਿੱਚ ਇੱਥੇ ਸਿਰਫ 14 ਭਾਸ਼ਾਵਾਂ ਸੀ ਜਦੋਂ ਕਿ ਸ਼ੁਰੂ ਦੇ ਵਿੱਚ, ਠੀਕ ਹੈ ਜੀ, ਸ਼ੁਰੂ ਦੀ ਗੱਲ ਹੋ ਰਹੀ ਹੈ। ਮੂਲ ਰੂਪ ਦੇ ਵਿੱਚ 14 ਭਾਸ਼ਾਵਾਂ ਸੀ, ਪਰ ਦੇਖੋ ਜਿਹੜੀ ਸੰਵਿਧਾਨਿਕ ਸੋਧਾਂ ਪਿਛਲੀ ਕਲਾਸ ਦੇ ਵਿੱਚ ਪੜ੍ਹੀਆਂ ਸੀ ਉਸ ਦੇ ਮੁਤਾਬਿਕ ਇਹ ਲਿਖਿਆ ਕਿ 21ਵੀਂ ਸੰਵਿਧਾਨਿਕ ਸੋਧ ਤਹਿਤ ਇਸ ਨੂੰ ਸਿੰਧੀ ਭਾਸ਼ਾ ਨੂੰ ਜੋੜਿਆ ਗਿਆ ਸੀ। ਸੰਵਿਧਾਨਿਕ ਸੋਧਾਂ ਪੜ੍ਹੀਆਂ ਸੀ ਨਾ ਆਪਾਂ ਨੇ ਪਿਛਲੀ ਕਲਾਸ ਦੇ ਵਿੱਚ, ਠੀਕ ਹੈ। ਉਹੀ ਇਸ ਦੇ ਵਿੱਚ ਲਿਖਿਆ ਵੀ 21 ਸੰਵਿਧਾਨਿਕ ਸੋਧ ਰਾਹੀਂ ਕਿਹੜੀ ਭਾਸ਼ਾ ਸ਼ਾਮਲ ਕੀਤੀ ਗਈ ਸੀ, ਸਿੰਧੀ। ਨਾਲ ਹੀ ਤੁਹਾਨੂੰ ਸੰਵਿਧਾਨਿਕ ਸੋਧਾਂ ਵੀ ਯਾਦ ਹੋ ਜਾਣਗੀਆਂ, ਨਾਲੇ ਸੂਚੀ ਵੀ ਯਾਦ ਹੋ ਜਾਏਗੀ, ਠੀਕ ਹੈ ਜੀ। ਉਸ ਤੋਂ ਬਾਅਦ 71ਵੀਂ ਸੰਵਿਧਾਨਿਕ ਸੋਧ ਤਹਿਤ ਇਸ ਦੇ ਵਿੱਚ ਕੋਂਕਣੀ, ਮਣੀਪੁਰੀ ਅਤੇ ਨੇਪਾਲੀ ਭਾਸ਼ਾ ਨੂੰ ਜੋੜਿਆ ਗਿਆ ਸੀ, ਠੀਕ ਹੈ ਰਾਜੇ। ਤਾਂ ਇਹ ਵੀ ਯਾਦ ਰੱਖਿਓ 71ਵੀਂ ਸੋਧ ਰਾਹੀਂ ਕਿਹੜੀ ਕਿਹੜੀ ਸੀ, ਕੋਂਕਣੀ, ਮਣੀਪੁਰੀ ਅਤੇ ਨੇਪਾਲੀ ਭਾਸ਼ਾ ਨੂੰ ਜੋੜਿਆ ਗਿਆ ਸੀ 71ਵੀਂ ਸੰਵਿਧਾਨਿਕ ਸੋਧ ਤਹਿਤ। ਅਤੇ ਬਾਅਦ ਦੇ ਵਿੱਚ 2003 ਦੇ ਵਿੱਚ ਬੋਡੋ, ਡੋਗਰੀ, ਮੈਥਲੀ ਅਤੇ ਸੰਥਾਲੀ ਨੂੰ 92ਵੀਂ ਸੰਵਿਧਾਨਿਕ ਸੋਧ ਦੁਆਰਾ ਜੋੜਿਆ ਗਿਆ ਸੀ, ਠੀਕ ਹੈ ਰਾਜੇ। ਇਹਨਾਂ ਦੇ ਵਿੱਚੋਂ ਜ਼ਰੂਰ ਕੁਐਸਚਨ ਬਣਦਾ, ਇਹਨਾਂ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਦੇਖੋ ਇਹ ਤਾਂ ਆਪਾਂ ਬੇਸਿਕ ਆਪਾਂ ਯਾਦ ਰੱਖ ਲੈਂਦੇ ਹਾਂ ਜ਼ਿਆਦਾਤਰ ਵੀ ਇਹ ਭਾਸ਼ਾਵਾਂ ਸ਼ਾਮਲ ਨੇ, 22 ਭਾਸ਼ਾਵਾਂ ਸ਼ਾਮਲ ਨੇ, ਠੀਕ ਹੈ ਜੀ। ਤਾਂ ਮਤਲਬ ਕਿ ਸੰਵਿਧਾਨਿਕ ਸੋਧ ਤਹਿਤ ਵੀ ਕਿਹੜੀ ਕਿਹੜੀ ਭਾਸ਼ਾ ਜਿਹੜੀ ਸ਼ਾਮਲ ਕੀਤੀ ਗਈ ਸੀ ਇਹ ਯਾਦ ਰੱਖਿਓ। 21ਵੇਂ ਤਹਿਤ ਸਿੰਧੀ, 71ਵੇਂ ਤਹਿਤ ਕੋਂਕਣੀ, ਮਣੀਪੁਰੀ ਅਤੇ ਨੇਪਾਲੀ, ਅਤੇ ਜਿਹੜੀ ਕਿ 92ਵੇਂ ਸੰਵਿਧਾਨਿਕ ਸੋਧ ਤਹਿਤ ਸ਼ਾਮਲ ਕੀਤੀ ਗਈ ਸੀ ਬੋਡੋ, ਡੋਗਰੀ ਅਤੇ ਮੈਥਾਲੀ, ਸੰਤਾਲੀ, ਠੀਕ ਹੈ ਜੀ। ਤਾਂ ਰਾਜੀ ਇਹਨੂੰ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ। ਨੈਕਸਟ ਗੱਲ ਕਰਦੇ ਹਾਂ, ਦੇਖੋ ਆਪਾਂ 8ਵੀਂ ਸੂਚੀ ਹੋ ਗਈ। ਨੈਕਸਟ 9ਵੀਂ ਸੂਚੀ ਰਾਜੀ, ਠੀਕ ਹੈ ਜੀ। ਤਾਂ ਇਹ ਕਿਸ ਨਾਲ ਸੰਬੰਧਿਤ ਹੈ, ਦੇਖੋ 9ਵੀਂ ਸੂਚੀ ਹੈ ਜਿਹੜੀ ਕਿ ਆਰਟੀਕਲ 31B ਦੇ ਅੰਡਰ ਜ਼ਮੀਨੀ ਸੁਧਾਰਾਂ ਅਤੇ ਜ਼ਿਮੀਂਦਾਰੀ ਪ੍ਰਣਾਲੀ ਦੇ ਖਾਤਮੇ ਨਾਲ ਸੰਬੰਧਿਤ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਐਕਟ ਅਤੇ ਨਿਯਮਾਂ ਦਾ ਵਰਣਨ ਇਸ ਸੂਚੀ ਦੇ ਵਿੱਚ ਕੀਤਾ ਗਿਆ ਹੈ, ਠੀਕ ਹੈ ਰਾਜੇ। ਕਿਸ ਨਾਲ ਸੰਬੰਧਿਤ ਹੈ, ਯਾਨੀ ਕਿ ਇਹ ਰਾਜੇ ਜ਼ਮੀਨੀ ਸੁਧਾਰਾਂ ਦੇ ਨਾਲ ਅਤੇ ਜ਼ਿਮੀਂਦਾਰੀ ਪ੍ਰਣਾਲੀ ਨਾਲ ਸੰਬੰਧਿਤ ਹੈ। ਬਸ ਇਹਨਾਂ ਕੁ ਯਾਦ ਰੱਖਿਓ 9ਵੀਂ ਸੂਚੀ ਹੈ ਜਿਹੜੀ, ਬਾਕੀ ਤੁਹਾਨੂੰ ਆਪਸ਼ਨ ਦੇ ਮੁਤਾਬਕ ਤਾਂ ਆਟੋਮੈਟਿਕ ਸਮਝ ਆ ਜਾਂਦਾ ਉੱਥੇ। ਬਸ ਇਹਨਾਂ ਕੁ ਯਾਦ ਰੱਖਿਓ ਵੀ ਜ਼ਿਮੀਂਦਾਰੀ ਸੁਧਾਰਾਂ ਦੇ ਨਾਲ, ਜ਼ਮੀਨੀ ਸੁਧਾਰਾਂ ਦੇ ਨਾਲ ਅਤੇ ਜ਼ਿਮੀਂਦਾਰੀ ਪ੍ਰਣਾਲੀ ਸੰਬੰਧਿਤ ਹੈ ਉਸ ਦੇ ਖਾਤਮੇ ਦੇ ਨਾਲ, ਠੀਕ ਹੈ ਜੀ। ਇਹ ਜ਼ਰੂਰ ਯਾਦ ਰੱਖਣਾ, ਖਾਤਮੇ ਨਾਲ ਸੰਬੰਧਿਤ ਹੈ। ਅਤੇ ਨਾਲ ਹੀ ਹੋਰ ਦੇਖੋ 1951 ਦੇ ਵਿੱਚ ਜਦੋਂ ਪਹਿਲੀ ਵਾਰ ਸੰਵਿਧਾਨ ਸੋਧ ਵਿੱਚ ਕੀਤੀ ਗਈ ਸੀ ਤਾਂ ਉਹ 9ਵੀਂ ਸੂਚੀ ਦਾ ਹਿੱਸਾ ਬਣ ਗਈ ਸੀ। ਦੇਖੋ ਜਿੰਨੇ ਵੀ ਰਾਜੇ ਮੈਂ ਵੀਡੀਓ ਲੇਟਰ ਪਾਈਆਂ, ਦੇਖੋ ਜਿਵੇਂ ਕਿ ਸੰਵਿਧਾਨਿਕ ਸੋਧਾਂ ਪਾਈਆਂ ਸੀ ਤਾਂ ਇਸ ਦੇ ਨਾਲ ਹੀ ਸੰਬੰਧਿਤ ਹੋ ਗਈ, ਟੌਪਿਕ ਹੈ ਜਿਹੜਾ ਇਸ ਦੇ ਨਾਲ ਸੰਬੰਧਿਤ ਹੀ ਹੋ ਗਿਆ। ਕਿਉਂਕਿ ਜੇਕਰ ਤੁਹਾਨੂੰ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਜ਼ਰੂਰ ਜਾ ਕੇ ਦੇਖ ਲਿਓ ਰਾਜੇ, ਠੀਕ ਹੈ। ਉਸ ਦੇ ਨਾਲ ਤੁਹਾਨੂੰ ਇਹ ਯਾਦ ਹੋ ਜਾਏਗਾ, ਦੇਖੋ ਠੀਕ ਹੈ। 1951 ਦੇ ਵਿੱਚ ਜਿਹੜੀ ਕਿ ਪਹਿਲੀ ਵਾਰ ਸੰਵਿਧਾਨਿਕ ਸੋਧ ਸੀ, ਪਹਿਲੀ ਸੰਵਿਧਾਨਿਕ ਸੋਧ ਸੀ ਜਿਹੜੀ, ਠੀਕ ਹੈ, ਉਹ 9ਵੀਂ ਸੂਚੀ ਦੇ ਵਿੱਚ ਜੋੜੀ ਗਈ ਸੀ, ਇਹ ਯਾਦ ਰੱਖਿਓ, ਇਸ ਦਾ ਹਿੱਸਾ ਬਣ ਗਈ ਸੀ। ਅਤੇ ਇਹ ਸਰਕਾਰ ਦੀ ਨਵੀਂ ਧਾਰਾ 31B ਦੁਆਰਾ ਸਥਾਪਿਤ ਕੀਤੀ ਗਈ ਸੀ, ਜੋ ਕਿ ਧਾਰਾ 31A ਦੇ ਨਾਲ ਖੇਤੀਬਾੜੀ ਸੁਧਾਰ ਅਤੇ ਜ਼ਮੀਨੀ ਪ੍ਰਣਾਲੀ ਖਾਤਮੇ ਨਾਲ ਸੰਬੰਧਿਤ ਕਾਨੂੰਨ ਦੀ ਰੱਖਿਆ ਲਈ ਬਣਾਈ ਗਈ ਸੀ, ਠੀਕ ਹੈ ਰਾਜੀ। ਬਸ ਇੰਨਾ ਕੁ ਯਾਦ ਰੱਖ ਲਿਓ। ਇਸ ਦੇ ਵਿੱਚ ਪਹਿਲੀ ਸੰਵਿਧਾਨਿਕ ਸੋਧ ਦੁਆਰਾ 9ਵੀਂ ਸੂਚੀ ਜੋੜੀ ਗਈ ਸੀ ਅਤੇ ਨਾਲ ਹੀ ਜ਼ਮੀਨੀ ਸੁਧਾਰਾਂ ਅਤੇ ਜ਼ਿਮੀਂਦਾਰੀ ਪ੍ਰਣਾਲੀ ਨਾਲ ਦੇ ਖਾਤਮੇ ਨਾਲ ਸੰਬੰਧਿਤ ਹੈ, ਬਸ ਠੀਕ ਹੈ ਜੀ। ਇੰਨਾ ਕੁ ਇੰਪੋਰਟੈਂਟ ਹੈ, ਇਸ ਦੇ ਵਿੱਚ ਯਾਦ ਰੱਖ ਲਿਓ। ਬਾਕੀ ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹ ਲਿਓ ਜਾਣਕਾਰੀ ਜਿਹੜੀ ਲਿਖੀ ਹੈ, ਠੀਕ ਹੈ ਜੀ। ਅਤੇ ਨੈਕਸਟ ਦੇਖਦੇ ਹਾਂ ਆਪਾਂ। ਨੈਕਸਟ ਰਾਜੀ ਜਿਹੜੀ ਸੂਚੀ ਹੈ ਉਹ ਹੈ 10ਵੀਂ ਸੂਚੀ, ਠੀਕ ਹੈ ਜੀ। ਆਰਟੀਕਲ ਅੰਡਰ ਦਿੱਤਾ ਗਿਆ ਇਸ ਦੇ ਵਿੱਚ 10ਵੀਂ ਸੂਚੀ ਜਿਹੜੀ ਕਿ ਇਹ ਰਾਜੀ ਬੇਸਿਕ ਜੀ ਗੱਲ ਯਾਦ ਰੱਖਿਓ। ਵੈਸੇ ਇਹ ਦਲ ਬਦਲ ਵਿਰੋਧੀ ਕਾਨੂੰਨ ਨਾਲ ਸੰਬੰਧਿਤ ਹੈ ਰਾਜੀ, ਬਸ ਠੀਕ ਹੈ। ਇੰਨੀ ਕੁ ਯਾਦ ਰੱਖਿਓ ਗੱਲ ਇਸ ਦੇ ਵਿੱਚ। ਇਹ ਦਲ ਬਦਲ ਵਿਰੋਧੀ ਕਾਨੂੰਨ ਨਾਲ ਸੰਬੰਧਿਤ ਵਿਵਸਥਾ ਇਸ ਦੇ ਵਿੱਚ ਕੀਤੀ ਗਈ ਹੈ, ਜਿਵੇਂ ਕਿ ਸੰਸਦ ਅਤੇ ਰਾਜ ਵਿਧਾਨ ਸਭਾ ਦੇ ਵਿੱਚ ਮੈਂਬਰਾਂ ਨੂੰ ਦਲ ਬਦਲੀ ਦੇ ਆਧਾਰ 'ਤੇ ਅਯੋਗ ਹੈ ਜੋ ਉਹ ਠਹਿਰਾਇਆ ਜਾ ਸਕਦਾ ਹੈ, ਠੀਕ ਹੈ। ਬਾਕੀ ਇੰਗਲਿਸ਼ ਦੇ ਵਿੱਚ ਵੀ ਪੜ੍ਹ ਸਕਦੇ ਹੋ। ਬਸ ਇੰਨੀ ਕੁ ਇੰਪੋਰਟੈਂਟ ਗੱਲ ਹੈ ਜਿਹੜੀ ਕਿ ਵਾਰ ਇਸ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜੀ 10ਵੀਂ ਸੂਚੀ ਹੈ ਉਹ ਕਿਸ ਦੇ ਨਾਲ ਸੰਬੰਧਿਤ ਹੈ, ਕਿਹੜੀ ਇਸ ਦੇ ਵਿੱਚ ਵਿਵਸਥਾ ਕੀਤੀ ਗਈ ਹੈ। ਤਾਂ ਦਲ ਬਦਲ ਵਿਰੋਧੀ ਕਾਨੂੰਨ ਇਸ ਦੀ ਵਿਵਸਥਾ ਇਸ ਦੇ ਵਿੱਚ ਇਹ ਕੀਤੀ ਗਈ ਹੈ ਰਾਜੀ, ਠੀਕ ਹੈ ਜੀ। ਸੋ ਇੰਨੀ ਕੁ ਯਾਦ ਰੱਖਿਓ। ਅਤੇ ਨੈਕਸਟ ਆਪਾਂ ਕਰਦੇ ਹਾਂ ਰਾਜੀ 11ਵੀਂ ਸੂਚੀ। ਦੇਖੋ 11ਵੀਂ ਸੂਚੀ ਵੀ ਬਹੁਤ ਹੀ ਇੰਪੋਰਟੈਂਟ ਹੈ, ਜਿਹੜੇ ਕਿ ਇਸ ਦੇ ਵਿੱਚ ਕੁਐਸਚਨ ਬਣਦਾ, ਤੁਹਾਨੂੰ ਦੱਸਾਂਗਾ ਕਿਹੜਾ ਕੁਐਸਚਨ ਇਸ ਦੇ ਵਿੱਚ ਬਣੇਗਾ। ਦੇਖੋ ਤਾਂ 11ਵੀਂ ਸੂਚੀ ਜਿਹੜੀ ਰਾਜੇ ਪੰਚਾਇਤਾਂ ਦੀ ਸ਼ਕਤੀ, ਅਧਿਕਾਰ ਅਤੇ ਜ਼ਿੰਮੇਵਾਰੀ ਨਾਲ ਸੰਬੰਧਿਤ 29 ਮਾਮਲੇ ਇਸ ਸੂਚੀ ਦੇ ਵਿੱਚ ਵਰਣਿਤ ਨੇ, ਠੀਕ ਹੈ ਜੀ। ਕੁਐਸਚਨ ਕਿੱਥੋਂ ਬਣੇਗਾ, ਕੁਐਸਚਨ ਬਣੇਗਾ ਇੱਥੋਂ, ਠੀਕ ਹੈ ਜੀ। ਕੁਐਸਚਨ ਇੱਥੋਂ ਬਣੇਗਾ। ਇਸ ਸੂਚੀ ਨੂੰ 1992 ਦੇ 73ਵੇਂ ਸੋਧ ਐਕਟ ਦੁਆਰਾ ਜੋੜਿਆ ਗਿਆ ਸੀ, ਠੀਕ ਹੈ ਜੀ। ਇਹ ਜ਼ਰੂਰ ਪੁੱਛਿਆ ਜਾ ਸਕਦਾ
ਵੀ ਕਿਹੜੀ ਅਨੁਸੂਚੀ ਨੂੰ 1992 ਦੇ 73ਵੇਂ ਸੰਵਿਧਾਨਕ ਸੋਧ ਜੋ ਐਕਟ ਦੁਆਰਾ ਜੋੜਿਆ ਗਿਆ ਸੀ ਤਾਂ ਉਹ ਸੀ ਰਾਜੇ 11ਵੀਂ ਅਨੁਸੂਚੀ। ਠੀਕ ਹੈ, ਤੇ ਇਹ ਦੇਖੋ 11ਵੀਂ ਤੇ 12ਵੀਂ ਜਿਹੜੀ ਬਿਲਕੁਲ ਰਿਲੇਟਡ ਹੀ ਹੈ, ਕਿਉਂਕਿ ਦੇਖੋ 73ਵੀਂ ਸੋਧ ਇਸ ਦੇ ਵਿੱਚ ਕੀਤੀ ਗਈ ਸੀ ਤੇ 12ਵੀਂ ਦੇ ਵਿੱਚ ਵੀ ਤੁਹਾਨੂੰ ਦੱਸਾਂਗਾ ਨਾਲ ਹੀ ਰਿਲੇਟਡ ਹੈ। ਇਹ ਜ਼ਰੂਰ ਯਾਦ ਰੱਖਿਓ 73ਵੀਂ ਸੋਧ ਦੁਆਰਾ ਸੋ ਜੋੜਿਆ ਗਿਆ ਸੀ 11ਵੀਂ ਅਨੁਸੂਚੀ। ਠੀਕ ਹੈ, ਪੰਚਾਇਤਾਂ ਨਾਲ ਸੰਬੰਧਿਤ ਹੈ, ਬਸ ਇੰਨਾ ਕੁ ਬੇਸਿਕ ਗੱਲ ਇਸ ਦੇ ਵਿੱਚ ਯਾਦ ਰੱਖਿਓ, ਪੰਚਾਇਤੀ ਨਾਲ ਸੰਬੰਧਿਤ ਹੈ ਰਾਜੇ। ਠੀਕ ਹੈ ਜੀ, ਤੇ ਨੈਕਸਟ ਆਪਾਂ ਗੱਲ ਕਰਦੇ ਦੇਖੋ 12ਵੀਂ ਅਨੁਸੂਚੀ। ਇਸ ਦੇ ਵਿੱਚ ਕੀ ਹੈ ਦੇਖੋ ਰਾਜੇ, ਕਿਉਂਕਿ ਉਸ 1992 ਦੇ ਆਪਾਂ 73ਵਾਂ ਸੰਵਿਧਾਨਕ ਸੋਧ ਪੜ੍ਹਿਆ ਸੀ। ਠੀਕ ਹੈ, ਇਸ ਦੇ ਵਿੱਚ 1992 ਦੇ 74ਵਾਂ ਸੰਵਿਧਾਨਕ ਸੋਧ। ਠੀਕ ਹੈ, ਨਾਲ ਹੀ ਸੰਬੰਧਿਤ ਹੈ। ਜੋ ਉੱਪਰਲਾ ਦੇਖੋ 11ਵੀਂ ਸੂਚੀ ਦੇ ਵਿੱਚ ਪੜ੍ਹਿਆ ਆਪਾਂ ਨੇ 1992 ਦੇ 73ਵਾਂ ਸੰਵਿਧਾਨਕ ਸੋਧ ਦੁਆਰਾ ਜਿਹੜਾ 11ਵੀਂ ਸੂਚੀ ਜੋੜੀ ਗਈ ਸੀ, ਪੰਚਾਇਤਾਂ ਨਾਲ ਸੰਬੰਧਿਤ ਹੈ ਇਹ। ਠੀਕ ਹੈ, ਤੇ ਨੈਕਸਟ ਦੇਖੋ ਜੋ ਕਿ ਹੈ 12ਵੀਂ ਸੂਚੀ, ਇਹ ਵੀ 1992 ਦੇ ਇਹ 74ਵੀਂ ਸੰਵਿਧਾਨਕ ਸੋਧ ਦੁਆਰਾ ਜੋੜੀ ਗਈ ਸੀ। 73 ਤੋਂ ਬਾਅਦ ਇਹ ਨੀਚੇ ਆ ਗਈ ਜਿਹੜੀ 12ਵੀਂ 74ਵਾਂ ਸੰਵਿਧਾਨਕ ਸੋਧ ਹੈ। ਠੀਕ ਹੈ ਜੀ, ਉੱਪਰਲੇ 'ਚ 73ਵਾਂ ਅਤੇ ਨੀਚੇ 'ਚ 74ਵਾਂ। ਅਤੇ ਇਹ ਰਾਜੀ ਕਿਸ ਨਾਲ ਸੰਬੰਧਿਤ ਹੈ, ਇਹ ਸ਼ਹਿਰੀ ਖੇਤਰ ਨਾਲ ਸੰਬੰਧਿਤ, ਯਾਨੀ ਕਿ ਨਗਰਪਾਲਿਕਾਵਾਂ ਦੀ ਸ਼ਕਤੀ ਨਾਲ ਸੰਬੰਧਿਤ ਹੈ ਇਹ। ਸੋ ਉਹਨਾਂ ਦੀ ਕਾਰ ਜ਼ਿੰਮੇਵਾਰੀਆਂ ਸੰਬੰਧਿਤ ਹੈ। ਇਸ ਦੇ ਵਿੱਚ 18 ਮਾਮਲੇ ਇਸ ਦੇ ਵਿੱਚ ਦਿੱਤੇ ਗਏ ਨੇ। ਠੀਕ ਹੈ ਜੀ, ਉੱਪਰਲੀ ਰਾਜੀ ਜਿਹੜੀ ਕਿ 11ਵੀਂ ਸੂਚੀ ਹੈ ਉਹ ਪੰਚਾਇਤੀ ਰਾਜ ਦੀ ਸ਼ਕਤੀ ਨਾਲ ਸੰਬੰਧਿਤ ਹੈ। ਨੀਚੇ ਜਿਹੜੀ ਨਗਰਪਾਲਿਕਾ ਯਾਨੀ ਕਿ ਸ਼ਹਿਰੀ ਖੇਤਰ ਨਾਲ ਸੰਬੰਧਿਤ ਹੈ, ਇਸ ਦੀਆਂ ਜ਼ਿੰਮੇਵਾਰੀਆਂ ਦੇ ਨਾਲ। ਉੱਪਰਲੇ ਦੇ ਵਿੱਚ 29 ਮਾਮਲੇ ਨੇ। ਠੀਕ ਹੈ, ਹੇਠਲੇ ਦੇ ਵਿੱਚ 18 ਮਾਮਲੇ ਨੇ। ਠੀਕ ਹੈ ਜੀ, ਤਾਂ ਇਹ ਇੰਨੀ ਕੋਈ ਇੰਪੋਰਟੈਂਟ ਜਾਣਕਾਰੀ ਸੀ, ਤਾਂ ਤੁਸੀਂ ਯਾਦ ਰੱਖਿਓ ਰਾਜੇ। ਠੀਕ ਹੈ, ਇਸ ਦੇ ਵਿੱਚ ਕੋਈ ਵੀ ਕੁਐਸਚਨ ਬਾਹਰ ਨਹੀਂ ਆਏਗਾ, ਅਤੇ ਆਈ ਹੋਪ ਤੁਹਾਨੂੰ ਸਾਰੇ ਜੋ ਸਮਝ ਵੀ ਲੱਗ ਗਈ ਹੋਵੇਗੀ। ਅਤੇ ਬਾਕੀ ਆਪਾਂ ਥੋੜ੍ਹੇ MCQ ਕੁਐਸਚਨ ਡਿਸਕਸ ਕਰ ਲੈਂਦੇ ਹਾਂ, ਜਿਸ ਦੇ ਆਨਸਰ ਤੁਹਾਨੂੰ ਦੇਣੇ ਨੇ, ਜੇਕਰ ਵੀਡੀਓ ਤੁਹਾਨੂੰ ਧਿਆਨ ਦੇ ਨਾਲ ਵੇਖੀ ਹੋਣੀ। ਠੀਕ ਹੈ ਜੀ, ਦੇਖਦੇ ਹਾਂ ਆਪਾਂ ਕੁਐਸਚਨ। ਦੇਖੋ ਰਾਜੇ ਕਿਸ ਟਾਈਪ ਦੇ ਕੁਐਸਚਨ ਬਣਦੇ ਨੇ। ਸੰਵਿਧਾਨ ਦੀ ਜਿਹੜੀ 6ਵੀਂ ਅਨੁਸੂਚੀ ਹੇਠ ਲਿਖਿਆਂ ਦੇ ਰਾਜਾਂ ਦੇ ਵਿੱਚੋਂ ਕਿਸ ਵਿੱਚ ਲਾਗੂ ਨਹੀਂ ਹੁੰਦੀ ਹੈ। ਦੇਖੋ ਜਿਹੜੀ ਕਿ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਜਾ ਲਾਗੂ ਨਹੀਂ ਹੁੰਦੀ ਹੈ। ਠੀਕ ਹੈ, ਜੇਕਰ ਆਪਾਂ ਨੇ ਇਹ ਰਾਜ ਪੜ੍ਹੇ ਹੋਣਗੇ ਫਿਰ ਤਾਂ ਆਪਾਂ ਨੂੰ ਯਾਦ ਰਹਿ ਜਾਏਗਾ, ਨਹੀਂ ਤੁੱਕਾ ਲਾਉਣ ਦਾ ਫਿਰ ਤੁੱਕਾ ਤਾਂ ਆਪਣਾ ਗਲਤੀ ਹੁੰਦਾ ਬੇਸਿਕ ਜ਼ਿਆਦਾਤਰ। ਠੀਕ ਹੈ ਜੀ, ਉਹ ਤਾਂ ਬਸ ਉਹੀ ਚਾਂਸ ਸੀ ਨਾ ਠੀਕ ਹੋ ਜੇ, ਨਹੀਂ ਤਾਂ ਗਲਤ ਹੋਵੇਗਾ ਕੁਐਸਚਨ। ਤਾਂ ਦੇਖੋ ਰਾਜੇ ਆਪਾਂ 6ਵੀਂ ਅਨੁਸੂਚੀ ਦੇ ਵਿੱਚ ਪੜ੍ਹਿਆ ਸੀ ਅਸਾਮ ਪੜ੍ਹਿਆ, ਮੇਘਾਲਿਆ ਅਤੇ ਤ੍ਰਿਪੁਰਾ। ਠੀਕ ਹੈ ਜੀ, ਯਾਨੀ ਕਿ ਇਹ ਤਿੰਨੇ ਰਾਜ ਨੇ ਜਿਹੜੇ ਕਿ ਸੋ 6ਵੀਂ ਅਨੁਸੂਚੀ ਦੇ ਅੰਡਰ ਆਉਂਦੇ ਨੇ, ਜਿਹੜੇ ਕਿ ਕਬਾਇਲੀ ਖੇਤਰਾਂ ਨਾਲ ਸੰਬੰਧਿਤ ਸੀ ਰਾਜੇ, ਉਹਨਾਂ ਦੀ ਵਿਵਸਥਾ ਕਰਦਾ ਇਹ। ਠੀਕ ਹੈ, ਜਿਹੜਾ ਕਿ ਸ਼ਾਮਲ ਨਹੀਂ ਹੈ ਇਸ ਦੇ ਵਿੱਚ ਮਣੀਪੁਰ। ਤਾਂ ਡੀ ਆਪਸ਼ਨ ਆਪਣਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਰਾਜੀ। ਠੀਕ ਹੈ, ਸੋ ਇਸ ਤਰ੍ਹਾਂ ਯਾਦ ਕਰਨੇ ਨੇ ਕੁਐਸਚਨ। ਨੈਕਸਟ ਦੇਖਦੇ ਹਾਂ ਕੁਐਸਚਨ ਆਪਾਂ। ਨੈਕਸਟ ਜਿਹੜਾ ਕੁਐਸਚਨ ਆ ਦੇਖੋ, ਅਤੇ ਇਹ ਜ਼ਿਆਦਾਤਰ ਹੈੱਡ ਕਾਂਸਟੇਬਲ ਲਾ ਲਓ ਜਾਂ ਫਿਰ ਸਬ ਇੰਸਪੈਕਟਰ, ਇਸ ਤਰ੍ਹਾਂ ਦੇ ਜੋ ਐਗਜ਼ਾਮ ਦੇ ਪੇਪਰ ਹੁੰਦੇ ਨੇ ਆਪਣੇ ਉਹਨਾਂ ਦੇ ਵਿੱਚ ਪੁੱਛਣ ਦਾ ਕੁਐਸਚਨ ਹੈ। ਦੇਖੋ ਸੋ ਇਸ ਦੇ ਵਿੱਚ ਕੀ ਪੁੱਛਿਆ ਗਿਆ, ਸੰਵਿਧਾਨ ਦੀ ਅਨੁਸੂਚੀ ਅਤੇ ਇਸ ਦੇ ਨਾਲ ਸੰਬੰਧਿਤ ਵਿਸ਼ਿਆਂ ਨਾਲ ਕਿਹੜਾ ਜੋੜਾ ਜੋ ਸਹੀ ਤਰ੍ਹਾਂ ਨਾਲ ਮੇਲ ਨਹੀਂ ਖਾਂਦਾ ਹੈ। ਜੋ ਮੇਲ ਨਹੀਂ ਖਾਂਦਾ, ਦੇਖੋ ਪੜ੍ਹਦੇ ਹਾਂ। ਪਹਿਲੀ ਅਨੁਸੂਚੀ ਦੇ ਵਿੱਚ ਕੀ ਪੜ੍ਹਿਆ ਰਾਜੇ ਆਪਾਂ ਨੇ, ਰਾਜਾਂ ਦੇ ਨਾਮ ਆ ਗਏ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਆ ਗਏ। ਬਿਲਕੁਲ ਠੀਕ ਹੈ ਜੀ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਇਸ ਵਿੱਚ ਸ਼ਾਮਲ ਨੇ। ਠੀਕ ਹੈ, ਉਹਨਾਂ ਦੀ ਸੂਚੀ ਬਾਰੇ ਦੱਸਿਆ ਗਿਆ। ਦੂਜੀ ਅਨੁਸੂਚੀ ਦੇ ਵਿੱਚ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਅਤੇ ਕਾਰਜ ਕੀ ਇਸ ਤਰ੍ਹਾਂ ਸੀ ਦੂਜੀ ਅਨੁਸੂਚੀ ਦੇ ਵਿੱਚ, ਜੀ ਨਹੀਂ, ਬਿਲਕੁਲ ਰੌਂਗ। ਠੀਕ ਹੈ, ਦੂਜੀ ਅਨੁਸੂਚੀ ਦੇ ਵਿੱਚ ਕੀ ਸੀ ਰਾਜੇ, ਸੋ ਜਿੰਨੇ ਵੀ ਆਪਣੇ ਜਿਹੜੇ ਸਪੀਕਰ, ਡਿਪਟੀ ਸਪੀਕਰ, ਰਾਜ ਸਭਾ ਦੇ ਮੈਂਬਰ ਜਿੰਨੇ ਵੀ ਤਰ੍ਹਾਂ ਦੇ ਆ ਗਏ। ਠੀਕ ਹੈ, ਅਤੇ ਉਹਨਾਂ ਦੀ ਰਾਜੇ ਕੀ ਦਿੱਤੇ ਨੇ, ਸੋ ਉਹਨਾਂ ਦੀ ਤਨਖਾਹ ਬਾਰੇ ਦੱਸਿਆ ਗਿਆ, ਤਨਖਾਹ ਅਤੇ ਭੱਤੇ ਬਾਰੇ। ਠੀਕ ਹੈ, ਜਿੰਨੇ ਵੀ ਸਪੀਕਰ, ਡਿਪਟੀ ਸਪੀਕਰ, ਰਾਸ਼ਟਰਪਤੀ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਤਨਖਾਹ ਬਾਰੇ ਦੱਸਿਆ ਗਿਆ ਰਾਜੇ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਠੀਕ ਹੈ, ਵਿਧਾਨ ਸਭਾ ਦੇ ਜਿੰਨੇ ਮੈਂਬਰ ਨੇ, ਸੋ ਉਹਨਾਂ ਦੀ ਤਨਖਾਹ ਬਾਰੇ ਦੱਸਿਆ ਗਿਆ ਦੂਜੀ ਅਨੁਸੂਚੀ ਬਾਰੇ। ਠੀਕ ਹੈ ਜੀ, ਗਲਤ ਹੋ ਗਿਆ, ਰੌਂਗ ਹੋ ਗਿਆ, ਤਾਂ ਆਨਸਰ ਤਾਂ ਰਾਜੇ ਆਪਣਾ ਇਹੀ ਹੋ ਜਾਏਗਾ। ਬਾਕੀ ਆਪਾਂ ਹੋਰ ਵੀ ਦੇਖ ਲੈਂਦੇ ਹਾਂ। 7ਵੀਂ ਅਨੁਸੂਚੀ ਕੇਂਦਰੀ ਰਾਜ ਸ਼ਕਤੀ ਦੀ ਵੰਡ ਬਾਰੇ ਦੱਸਿਆ ਗਿਆ। 10ਵੀਂ ਅਨੁਸੂਚੀ ਦਲ ਬਦਲ ਵਿਰੋਧੀ ਕਾਨੂੰਨ ਬਾਰੇ ਦੱਸਿਆ। ਬਾਕੀ ਸਭ ਸਹੀ ਨੇ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਮੇਲ ਨਹੀਂ ਖਾਂਦਾ, ਜਿਹੜਾ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਹੈ। ਠੀਕ ਹੈ, ਇਸ ਤਰ੍ਹਾਂ ਕੁਐਸਚਨ ਬਣਦੇ ਨੇ ਐਗਜ਼ਾਮ ਦੇ ਵਿੱਚ। ਨੈਕਸਟ ਦੇਖਦੇ ਹਾਂ। ਨੈਕਸਟ ਰਾਜੇ ਕੁਐਸਚਨ ਹੈ 73ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਅਨੁਸੂਚੀ ਜਿਹੜੀ ਸ਼ਾਮਲ ਕੀਤੀ ਗਈ ਸੀ। ਠੀਕ ਹੈ ਜੀ, ਹੁਣੇ ਆਪਾਂ ਦੇਖੋ ਇੰਨੀ ਚਰਚਾ ਕਰਕੇ ਹਟਿਆ। 73ਵੀਂ ਦੁਆਰਾ ਰਾਜ ਕੀਤੀ ਗਈ ਸੀ 11ਵੀਂ ਅਨੁਸੂਚੀ, ਅਤੇ 74ਵੀਂ ਦੁਆਰਾ ਸੰਵਿਧਾਨਿਕ ਸੋਧ ਦੁਆਰਾ ਸ਼ਾਮਲ ਕੀਤੀ ਗਈ ਸੀ 12ਵੀਂ ਅਨੁਸੂਚੀ। ਤਾਂ 73ਵੀਂ ਪੁੱਛਿਆ ਗਿਆ ਆਪਾਂ ਨੂੰ, ਤਾਂ ਆਪਸ਼ਨ ਨੰਬਰ C ਬਿਲਕੁਲ ਰਾਈਟ ਆਨਸਰ ਹੈ। ਠੀਕ ਹੈ ਜੀ, ਇਸ ਤਰ੍ਹਾਂ ਰਿਲੇਟ ਜੀ ਕਰਕੇ ਕਰ ਲਿਆ ਕਰੋ, ਆਪਾਂ ਨੂੰ ਸਾਰਾ ਸੰਬੰਧਿਤ ਯਾਦ ਰਹਿੰਦਾ ਆਪਾਂ ਨੂੰ ਫਿਰ ਸਾਰਾ। ਠੀਕ ਹੈ ਜੀ, ਟੌਪਿਕ ਆਪਾਂ ਨੂੰ 73ਵੀਂ ਦੇ ਵਿੱਚ ਜਿਹੜੀ ਕਿ ਪੰਚਾਇਤੀ ਰਾਜ ਵਿਵਸਥਾ ਨਾਲ ਸੰਬੰਧਿਤ ਸੀ, 11ਵੀਂ ਚੋਣ ਸੂਚੀ ਸ਼ਾਮਲ ਕੀਤੀ ਗਈ ਸੀ। 74ਵੀਂ ਸੰਵਿਧਾਨਕ ਸੋਧ ਦੁਆਰਾ 12ਵੀਂ ਸੂਚੀ ਜਿਹੜੀ ਕਿ ਨਗਰਪਾਲਿਕਾਵਾਂ ਦੀ ਵਿਵਸਥਾ ਨਾਲ ਸੰਬੰਧਿਤ ਸੀ। ਠੀਕ ਹੈ ਜੀ, ਅਤੇ ਨੈਕਸਟ ਦੇਖਦੇ ਹਾਂ ਕੁਐਸਚਨ। ਨੈਕਸਟ ਵਾਲੀ ਕੁਐਸਚਨ ਇਹ ਤੁਹਾਡੇ ਵਾਸਤੇ ਹੀ ਹੈ। ਠੀਕ ਹੈ, ਤਾਂ ਤੁਸੀਂ ਇਸ ਦਾ ਆਨਸਰ ਜੋ ਨੀਚੇ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ। ਠੀਕ ਹੈ ਜੀ, ਸੋ ਜਿਸ ਨੇ ਵੀ ਇਸ ਦਾ ਰਾਈਟ ਆਨਸਰ ਪਤਾ ਹੋਇਆ ਉਹ ਆਪਣਾ ਆਨਸਰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਓ। ਠੀਕ ਹੈ ਜੀ, ਕੁਐਸਚਨ ਵੀ ਕੋਈ ਜ਼ਿਆਦਾ ਔਖਾ ਨਹੀਂ, ਬਿਲਕੁਲ ਬੇਸਿਕ ਜਿਹਾ ਕੁਐਸਚਨ ਹੈ। ਦੇਖੋ ਹੇਠਾਂ ਦਿੱਤੇ ਵਿੱਚੋਂ ਕਿਹੜੇ ਜਿਹੜੀ ਨਵੀਂ ਸ਼ਾਮਲ ਕੀਤੀ ਗਈ ਅਨੁਸੂਚੀ ਨਹੀਂ ਹੈ। ਨਵੀਂ ਸ਼ਾਮਲ ਕੀਤੀ ਗਈ ਅਨੁਸੂਚੀ ਇਹਨਾਂ ਦੇ ਵਿੱਚੋਂ ਨਹੀਂ ਹੈ ਰਾਜੇ। ਠੀਕ ਹੈ, 8ਵੀਂ ਅਨੁਸੂਚੀ, 9ਵੀਂ ਅਨੁਸੂਚੀ, 10ਵੀਂ ਅਨੁਸੂਚੀ ਜਾਂ ਫਿਰ 11ਵੀਂ ਅਨੁਸੂਚੀ। ਠੀਕ ਹੈ ਜੀ,
ਤਾਂ ਇਸ ਵੀ ਯਾਦ ਰੱਖਿਓ ਨਵੀਂ ਸ਼ਾਮਲ ਕੀਤੀ ਗਈ ਸੂਚੀ ਨਹੀਂ ਹੈ ਜਿਹੜੀ। ਤਾਂ ਆਪਣਾ ਆਨਸਰ ਨੀਚੇ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਕਰ ਦਿਓ, ਠੀਕ ਹੈ, ਜਿਸ ਨੂੰ ਵੀ ਇਸ ਦਾ ਰਾਈਟ ਆਨਸਰ ਪਤਾ ਹੋਵੇਗਾ। ਠੀਕ ਹੈ ਜੀ, ਦੇਖਦੇ ਹਾਂ ਕਿਸ ਦਾ ਰਾਈਟ ਆਨਸਰ ਸਹੀ ਆਉਂਦਾ ਇਸ ਦੇ ਵਿੱਚ। ਠੀਕ ਹੈ ਜੀ, ਅਤੇ ਆਈ ਹੋਪ ਰਾਜੇ ਤੁਹਾਨੂੰ ਜੋ ਇਸ ਰਿਲੇਟਡ ਟੌਪਿਕ ਜਿਹੜੇ ਆਪਾਂ ਕਵਰ ਕੀਤਾ ਹੈ ਤੁਹਾਨੂੰ ਸਾਰਾ ਸਮਝ ਲੱਗ ਗਿਆ ਹੋਵੇਗਾ। ਅਤੇ ਜੇਕਰ ਕੋਈ ਡਾਊਟ ਹੋਇਆ ਤਾਂ ਸਾਨੂੰ ਉਹ ਵੀ ਕਮੈਂਟ ਬਾਕਸ ਨੂੰ ਦੱਸ ਦਿਓ, ਤੁਹਾਡਾ ਫੀਡਬੈਕ ਹੋਏਗਾ ਜਿਹੜਾ, ਠੀਕ ਹੈ, ਉਹ ਵੀ ਆਪਾਂ ਦੇਖ ਲਾਂਗੇ। ਠੀਕ ਹੈ ਜੀ, ਅਤੇ ਇਸ ਵੀਡੀਓ ਆਪਣੇ ਦੋਸਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਰਾਜੇ। ਠੀਕ ਹੈ ਜੀ, ਅਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਠੀਕ ਹੈ, ਇਸ ਨਾਲ ਸਾਨੂੰ ਵੀ ਮੋਟੀਵੇਟ ਮਿਲਦਾ ਨੈਕਸਟ ਵੀਡੀਓ ਵਾਸਤੇ, ਬੱਚਿਆਂ ਨੂੰ ਵੱਧ ਤੋਂ ਵੱਧ ਵੀਡੀਓ ਜੋ ਸਮਝ ਆ ਰਹੀ ਹੈ। ਠੀਕ ਹੈ, ਤਾਂ ਜੋ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆਪਣੇ ਜਿਹੜੇ ਸਬਜੈਕਟ ਨੇ ਉਸ ਦੇ ਟੌਪਿਕ ਨੇ ਉਹ ਕਵਰ ਕਰ ਸਕੇ ਜਲਦੀ ਤੋਂ ਜਲਦੀ। ਠੀਕ ਹੈ ਜੀ, ਅਤੇ ਜੇਕਰ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਜਾ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਹੈ ਜਿਹੜੀ ਉਹ ਪ੍ਰੈਸ ਜ਼ਰੂਰ ਕਰ ਲਿਓ, ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲਦੀ ਰਹੇ। ਠੀਕ ਹੈ ਜੀ, ਅਤੇ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਓਕੇ ਫਿਰ, ਥੈਂਕ ਯੂ।